ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਨਵਨੀਤ ਤੇ ਫਤਿਹ.com ਤੇ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਉਹ ਹੈਗਾ ਕਾਰ ਟੀ ਸੈਲ ਥੈਰੇਪੀ। ਸੋ ਇਹ ਟੌਪਿਕ ਜਿਹੜਾ ਹੈ ਪ੍ਰੀਲਿਮਸ ਦੇ ਕੁਝ ਫੈਕਟਸ ਵੀ ਇਹਦੇ ਵਿੱਚ ਇੰਪੋਰਟੈਂਟ ਨੇ, ਬਟ ਰਿਲੇਟਡ ਟੂ ਬਲੱਡ, ਸਟਰਕਚਰ ਆਫ ਬਲੱਡ ਜਾਂ ਇਸ ਤਰ੍ਹਾਂ ਦੇ ਕੁਝ ਵੀ ਕੁਐਸਚਨਸ ਜਿਹੜੇ ਆ ਸਕਦੇ ਨੇ। ਐਂਡ ਮੇਨਸ ਵਾਸਤੇ ਇਹ ਜਿਹੜੀ ਪੂਰੀ ਦੀ ਪੂਰੀ ਥੈਰੇਪੀ ਹੀ ਇੰਪੋਰਟੈਂਟ ਹੈ। ਮੋਰ ਓਵਰ ਕੰਟਰੀਬਿਊਸ਼ਨਸ ਆਫ ਇੰਡੀਅਨ ਸਾਇੰਟਿਸਟ ਇਨ ਸਾਇੰਸ ਐਂਡ ਟੈਕਨੋਲੋਜੀ, ਇਦਾਂ ਦਾ ਰਿਲੇਟਡ ਕੁਐਸਚਨ ਵੀ ਜਿਹੜਾ ਮੇਨਸ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਸਟਾਰਟ ਕਰ ਸੈਲ ਥੈਰੇਪੀ ਕੀ ਹੈ ਔਰ ਰੀਸੈਂਟਲੀ ਨਿਊਜ਼ ਦੇ ਵਿੱਚ ਕੀ ਹੈ, ਕਾਰ ਟੀ ਸੈਲ ਥੈਰੇਪੀ ਕਿਉਂ ਆਈ ਹੈ, ਸੋ ਇਹਦੇ ਬਾਰੇ ਵੀ ਚਰਚਾ ਕਰਾਂਗੇ। ਸੋ ਉਸ ਦੇ ਨਾਲ ਨਾਲ MCQs ਜਿਹੜੇ ਬਣਨਗੇ ਇਹਦੇ ਤੋਂ, ਠੀਕ ਹੈ, PPSC ਪੈਟਰਨ MCQ, ਸਿਵਲ ਸਰਵਿਸ ਪੈਟਰਨ MCQ ਨਾਰਮਲ ਵੀ, ਸੋ ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਸੋ ਸਭ ਤੋਂ ਪਹਿਲਾਂ ਸਾਨੂੰ ਇਸ ਥੈਰੇਪੀ ਨੂੰ ਸਮਝਣ ਲਈ ਬਲੱਡ ਦਾ ਸਟਰਕਚਰ ਜਿਹੜਾ ਹੈ ਉਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੋ ਬਲੱਡ ਦੇ ਵਿੱਚ 55% ਪਲਾਜ਼ਮਾ ਹੁੰਦਾ ਹੈ ਤੇ 45% ਜਿਹੜੇ ਆ ਬਲੱਡ ਸੈਲਸ ਹੁੰਦੇ ਨੇ। ਸੋ ਪਲਾਜ਼ਮਾ ਬੇਸਿਕਲੀ ਲਿਕੁਇਡ ਹੀ ਹੁੰਦਾ ਆ, ਠੀਕ ਹੈ, 92% ਵਾਟਰ ਹੁੰਦਾ ਹੈ ਤੇ ਕੁਝ ਡਿਜ਼ੋਲਵ ਸਬਸਟੈਂਸਸ ਹੁੰਦੇ ਨੇ ਇਹਦੇ ਵਿੱਚ, ਜਿਵੇਂ ਪ੍ਰੋਟੀਨਸ ਵਗੈਰਾ, ਸਾਲਸ ਹੁੰਦੇ ਨੇ, ਹਾਰਮੋਨਸ ਹੁੰਦੇ ਨੇ, ਰਾਈਟ। ਸੋ ਪ੍ਰੋਟੀਨ ਜਿਵੇਂ ਫਾਈਬਰਿਨੋਜਨ ਹੁੰਦਾ ਹੈ, ਐਲਬੂਮਿਨ ਹੁੰਦਾ ਹੈ। ਫਾਈਬਰਿਨੋਜਨ ਜਿਹੜਾ ਹੈ ਕਲੌਟਿੰਗ ਵਿੱਚ ਮਦਦ ਕਰਦਾ ਹੈ, ਜਿੱਦਾਂ ਸਾਨੂੰ ਆਪਾਂ ਕੱਟ ਵੱਜੇ ਸਾਡੇ ਖੂਨ ਵਗਣ ਲੱਗ ਪੈਂਦਾ, ਬਟ ਨਾਲ ਹੀ ਕੁਝ ਦੇਰ ਬਾਅਦ ਆਪਾਂ ਦੇਖਦੇ ਹਾਂ ਕਿ ਕਲੌਟਸ ਬਣ ਜਾਂਦੇ ਆ, ਜਿਹਦੇ ਨਾਲ ਜ਼ਿਆਦਾ ਬਲੱਡ ਫਲੋ ਨਹੀਂ ਕਰਦਾ ਬਾਹਰ। ਐਲਬੂਮਿਨ ਜਿਹੜਾ ਮੇਨਲੀ ਸਾਡੇ ਬਲੱਡ ਦਾ ਜਿਹੜਾ ਆਸਮੋਟਿਕ ਪ੍ਰੈਸ਼ਰ ਆ ਉਹਨੂੰ ਮੇਨਟੇਨ ਕਰਕੇ ਰੱਖਦਾ ਹੈ, ਠੀਕ ਹੈ। ਬਲੱਡ ਸੈਲਸ ਦੀ ਗੱਲ ਕਰੀਏ ਤੇ ਤਿੰਨ ਤਰ੍ਹਾਂ ਦੇ ਹੁੰਦੇ ਨੇ। ਰੈੱਡ ਬਲੱਡ ਸੈਲਸ ਜਿਹਨਾਂ ਨੂੰ ਆਪਾਂ RBCs ਵੀ ਕਹਿ ਦਿੰਦੇ ਆ, ਰਾਈਟ। ਸੋ ਇਹਨਾਂ ਦਾ ਨਿਊਕਲੀਅਸ ਨਹੀਂ ਹੁੰਦਾ, ਜਿਹਦੇ ਕਰਕੇ ਇਹਨਾਂ ਦੀ ਉਮਰ ਬਹੁਤ ਘੱਟ ਹੁੰਦੀ ਆ, ਰਾਈਟ, ਪਰ ਇਹ ਬਹੁਤ ਫ੍ਰੀਕੁਐਂਟਲੀ ਜਿਹੜੇ ਆ ਬਣਦੇ ਨੇ। ਵਾਈਟ ਬਲੱਡ ਸੈਲਸ ਜਿਹੜੇ ਇਹਨਾਂ ਦੇ ਵਿੱਚ ਨਿਊਕਲੀਅਸ ਹੁੰਦਾ ਆ, ਔਰ RBCs ਦਾ ਮੇਨ ਫੰਕਸ਼ਨ ਹੁੰਦਾ ਟਰਾਂਸਪੋਰਟ ਕਰਨਾ ਆਕਸੀਜਨ, ਕਾਰਬਨ ਡਾਈਆਕਸਾਈਡ ਵਗੈਰਾ। ਔਰ ਜਿਹੜੇ ਵਾਈਟ ਸੈਲਸ ਹੁੰਦੇ ਇਹਨਾਂ ਦਾ ਹੁੰਦਾ ਡਿਫੈਂਸ, ਠੀਕ ਹੈ, ਇਮਿਊਨਿਟੀ ਪ੍ਰੋਵਾਈਡ ਕਰਦੇ ਨੇ ਸਾਨੂੰ, ਜਿਹੜੇ ਪੈਥੋਜਨਸ ਵਗੈਰਾ ਸਾਡੀ ਬਾਡੀ ਨੂੰ ਅਟੈਕ ਕਰਦੇ ਨੇ ਬਾਹਰੋਂ, ਉਹਨਾਂ ਦੇ ਅੱਗੇ ਡਟ ਕੇ ਖਲੋਂਦੇ ਨੇ। ਪਲੇਟਲੇਟਸ ਦਾ ਜਿਹੜਾ ਹੁੰਦਾ ਕੰਮ ਹੁੰਦਾ ਕਲੌਟਿੰਗ ਦਾ, ਰਾਈਟ। ਹੁਣ ਮੇਨ ਹੈਗਾ ਇਹਦੇ ਵਿੱਚ ਜਿੱਦਾਂ T ਸੈੱਲ ਹੈ ਤੇ ਸਾਨੂੰ WBCs ਦੇ ਬਾਰੇ ਜ਼ਿਆਦਾ ਨੌਲੇਜ ਹੋਣੀ ਚਾਹੀਦੀ ਹੈ। ਸੋ WBCs ਅੱਗੋਂ ਕਈ ਤਰ੍ਹਾਂ ਦੇ ਹੁੰਦੇ ਨੇ, ਠੀਕ ਹੈ। ਸੋ ਉਹਦੇ ਵਿੱਚ ਮੇਨਲੀ ਦੋ ਤਰ੍ਹਾਂ ਆਪਾਂ ਇਹਨੂੰ ਪਾਰਟੀਸ਼ਨ ਕਰਦੇ ਨੇ, ਵੈਸੇ 5 ਤਰ੍ਹਾਂ ਦੇ ਹੁੰਦੇ ਨੇ, ਮੈਂ ਅਗਲੀ ਸਲਾਈਡ 'ਚ ਤੁਹਾਨੂੰ ਦੱਸੂਗੀ। ਸੋ ਇੱਕ ਹੁੰਦੇ ਨੇ ਫੇਗੋਸਾਈਟਸ। ਫੇਗੋਸਾਈਟਸ ਜਿਹੜੇ ਮਾਈਕਰੋ ਆਰਗੈਨਿਜ਼ਮਸ ਨੂੰ ਕਿਲ ਕਰ ਦਿੰਦੇ ਨੇ, ਜਿਹੜੇ ਕੋਈ ਪੈਥੋਜਨਸ ਹੁੰਦੇ ਨੇ ਬਾਹਰੋਂ ਆਉਂਦੇ ਨੇ। ਤੇ ਲਿੰਫੋਸਾਈਟਸ ਦੇ ਵਿੱਚ ਦੋ ਤਰ੍ਹਾਂ ਦੇ ਅੱਗੋਂ ਸੈਲਸ ਹੁੰਦੇ ਨੇ, ਇੱਕ ਹੁੰਦੇ ਨੇ B ਸੈਲਸ, ਇੱਕ ਹੁੰਦੇ T ਸੈਲਸ। ਇਹ ਐਂਟੀਬਾਡੀਜ਼ ਪ੍ਰੋਡਿਊਸ, ਦੇਖੋ ਦੋ ਚੀਜ਼ਾਂ ਹੁੰਦੀਆਂ ਨੇ, ਸਮਝਣਾ ਜ਼ਰੂਰੀ ਆ। ਇੱਕ ਹੁੰਦੀਆਂ ਨੇ ਐਂਟੀਬਾਡੀਜ਼ ਤੇ ਦੂਸਰੇ ਹੁੰਦੇ ਨੇ ਐਂਟੀਜਨਸ, ਠੀਕ ਹੈ। ਐਂਟੀਜਨਸ ਜਿਹੜੇ ਹੁੰਦੇ ਨੇ ਇਹ ਬਾਹਰੋਂ ਆਉਂਦੇ ਨੇ, ਜਿਹੜੇ ਕੀਟਾਣੂ ਸਾਡੇ ਉੱਤੇ ਹਮਲਾ ਕਰਦੇ ਨੇ, ਸਾਡੀ ਬਾਡੀ ਦੇ ਉੱਤੇ, ਠੀਕ ਹੈ। ਪਰ ਸਾਡੀ ਬਾਡੀ ਜਿਹੜੀ ਹੈ ਉਹਦੀ ਇਮਿਊਨਿਟੀ ਜਿਹੜੀ ਉਹ ਇੰਨੀ ਤੇਜ਼ ਹੁੰਦੀ ਹੈ ਕਿ ਉਹ ਕੁਝ ਪ੍ਰੋਟੀਨਸ ਪ੍ਰੋਡਿਊਸ ਕਰਦੀ ਹੈ ਜਿਹੜੀਆਂ ਇਸ ਐਂਟੀਜਨ ਦੇ ਖਿਲਾਫ ਲੜਦੀਆਂ ਨੇ ਤੇ ਸਾਨੂੰ ਜਿਹੜੀਆਂ ਡਿਜ਼ੀਜ਼ਸ ਤੋਂ ਪ੍ਰੋਟੈਕਟ ਕਰਦੀਆਂ ਨੇ, ਬਿਮਾਰੀਆਂ ਤੋਂ ਬਚਾਉਂਦੀਆਂ ਨੇ। ਸੋ ਉਹ ਵਾਲੀਆਂ ਜਿਹੜੀਆਂ ਪ੍ਰੋਟੀਨ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਬੇਸਿਕਲੀ ਐਂਟੀਬਾਡੀਜ਼ ਕਹਿ ਦਿੰਦੇ ਹਾਂ, ਠੀਕ ਹੈ। ਸੋ B ਸੈਲਸ ਪ੍ਰੋਡਿਊਸ, ਇਹ B ਸੈਲਸ ਜਿਹੜੇ ਹੈ ਐਂਟੀਬਾਡੀਜ਼ ਪ੍ਰੋਡਿਊਸ ਕਰਦੇ ਨੇ, ਤੇ T ਸੈਲਸ ਜਿਹੜੇ ਨੇ ਇਹ ਜਿਹੜੇ ਇਨਫੈਕਟਡ ਸੈਲਸ ਹੁੰਦੇ ਨੇ, ਇੱਕ ਹੁੰਦੇ ਨਾਰਮਲ ਸੈਲਸ ਤੇ ਇੱਕ ਹੁੰਦੇ ਨੇ ਜਦੋਂ ਸਾਡੀ ਬਾਡੀ ਤੇ ਬਾਹਰੋਂ ਕਿਸੇ ਕੀਟਾਣੂ ਨੇ ਹਮਲਾ ਕੀਤਾ ਤੇ ਉਹ ਸਾਡੇ ਸੈੱਲ ਜਿਹੜੇ ਆ ਉਹ ਮਤਲਬ ਉਹ ਅਨਹੈਲਦੀ ਹੋ ਜਾਂਦੇ ਨੇ। ਸੋ ਇਹ ਅਨਹੈਲਦੀ ਜਾਂ ਐਬਨੋਰਮਲ ਸੈਲਸ ਨੂੰ, ਈਵਨ ਕੈਂਸਰੀਅਸ ਸੈਲਸ ਵੀ ਜਿਹੜੇ ਕੈਂਸਰ ਕਾਜ਼ ਕਰਦੇ ਨੇ, ਉਹਨਾਂ ਨੂੰ ਵੀ ਕਿਲ ਕਰਨ ਦੀ ਸਮਰੱਥਾ ਰੱਖਦੇ ਨੇ T ਸੈਲ। T ਸੈਲ ਵੀ ਅੱਗੋਂ ਦੋ ਤਰ੍ਹਾਂ ਦੇ ਹੁੰਦੇ ਨੇ, ਠੀਕ ਹੈ, ਉਹ ਵੀ ਮੈਂ ਤੁਹਾਨੂੰ ਦੱਸਾਂਗੀ ਨੈਕਸਟ ਸਲਾਈਡ ਦੇ ਵਿੱਚ, ਕਿਉਂਕਿ ਮੇਨ ਆਪਾਂ ਕਾਰ ਟੀ ਸੈਲ ਥੈਰੇਪੀ ਕਰਨੀ ਹੈ। ਸੋ T ਸੈਲ ਦੀ ਜਾਣਕਾਰੀ ਸਾਨੂੰ ਜਿਹੜੀ ਹੈ ਜ਼ਰੂਰੀ ਹੈ ਇਹਦੇ ਵਿੱਚ। ਸੋ ਬੇਸਿਕਲੀ ਟਾਈਪ ਆਫ ਬਲੱਡ ਸੈਲਸ ਦੀ ਗੱਲ ਕਰੀਏ ਤੇ RBCs, WBCs ਤੇ ਪਲੇਟਲੇਟਸ। ਸੋ RBCs ਹੈਲਪ ਇਨ ਆਕਸੀਜਨ ਐਂਡ ਕਾਰਬਨ ਡਾਈਆਕਸਾਈਡ ਐਕਸਚੇਂਜ, ਪਲੇਟਲੇਟਸ ਹੈਲਪ ਇਨ ਬਲੱਡ ਕਲੌਟਿੰਗ, ਔਰ ਜਿਹੜੇ WBC ਨੇ ਇਹਨਾਂ ਨੂੰ ਆਪਾਂ ਲਿੰਫੋਸਾਈਟਸ ਵੀ ਬੋਲਦੇ ਹਾਂ, ਠੀਕ ਹੈ। ਲਿੰਫੋ ਦਾ ਮਤਲਬ ਹੁੰਦਾ ਆ ਨੋ ਕਲਰ, ਠੀਕ ਹੈ, ਜਾਂ ਕਲਰਲੈਸ। ਸੋ ਸਾਈਟਸ ਮੀਨ ਸੈਲਸ, ਸੋ ਇਸ ਕਰਕੇ ਇਹਨਾਂ ਨੂੰ ਜਿਹੜਾ ਲਿਕੋਸਾਈਟਸ ਬੋਲਦੇ ਨੇ। ਇਹ ਅੱਗੋਂ 5 ਤਰ੍ਹਾਂ ਦੇ ਹੁੰਦੇ ਨੇ, ਜਿਹਦੇ ਵਿੱਚ ਨਿਊਟ੍ਰੋਫਿਲਸ, ਇਸੋਨੋਫਿਲਸ ਤੇ ਬੇਸੋਫਿਲਸ ਜਿਹੜੇ ਨੇ ਇਹ ਗ੍ਰੈਨੂਲੋਸਾਈਟਸ ਦੀ ਕੈਟੇਗਰੀ ਦੇ ਵਿੱਚ ਆਉਂਦੇ ਨੇ, ਗ੍ਰੈਨੂਲੋਸਾਈਟਸ, ਠੀਕ ਹੈ। ਤੁਸੀਂ ਇਹਨਾਂ ਦੇ ਸੈਲ ਦੇ ਸਟਰਕਚਰ ਦੇਖੋ, ਇਹਨਾਂ ਦੇ ਸਾਈਟੋਪਲਾਜ਼ਮ ਦੇ ਵਿੱਚ ਦਾਣੇ ਦਾਣੇ ਜਿਹੇ ਹੁੰਦੇ ਨੇ, ਗ੍ਰੈਨੂਲਸ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ, ਇਸ ਕਰਕੇ ਇਹਨਾਂ ਨੂੰ ਗ੍ਰੈਨੂਲੋਸਾਈਟਸ ਕਹਿੰਦੇ ਨੇ। ਲੇਕਿਨ ਜਿਹੜੇ ਇਹ ਦੋ ਸੈਲਸ ਨੇ ਲਿੰਫੋਸਾਈਟਸ ਤੇ ਮੋਨੋਸਾਈਟਸ, ਇਹਨਾਂ ਦੇ ਵਿੱਚ ਗ੍ਰੈਨੂਲਸ ਜਿਹੜੇ ਆ ਨਹੀਂ ਹੁੰਦੇ, ਇਸ ਕਰਕੇ ਇਹਨਾਂ ਨੂੰ A ਗ੍ਰੈਨੂਲੋਸਾਈਟਸ ਕਹਿੰਦੇ ਆ, ਠੀਕ ਹੈ। A ਗ੍ਰੈਨੂਲੋਸਾਈਟਸ ਮਤਲਬ ਐਬਸੈਂਸ ਆਫ ਗ੍ਰੈਨੂਲਸ ਇਨ ਸਾਈਟੋਪਲਾਜ਼ਮ, ਰਾਈਟ। ਹੁਣ ਇਹ ਜਿਹੜੇ ਵਾਈਟ WBCs ਨੇ, ਇਹਨਾਂ ਦਾ ਕੰਮ ਕੀ ਆ? ਇਨਫੈਕਸ਼ਨ ਦੇ ਅਗੇਂਸਟ ਲੜਨਾ, ਠੀਕ ਹੈ। ਸੋ ਉਹਦੇ ਵਿੱਚ ਜਿਹੜੇ ਆਪਾਂ B ਸੈਲ ਤੇ T ਸੈਲ ਦੀ ਗੱਲ ਕਰਦੇ ਆ, ਉਹ ਬੇਸਿਕਲੀ ਲਿੰਫੋਸਾਈਟਸ ਹੁੰਦੇ ਨੇ, B ਲਿੰਫੋਸਾਈਟਸ ਤੇ T ਲਿੰਫੋਸਾਈਟਸ, ਠੀਕ ਹੈ ਜੀ।
ਹੁਣ ਗੱਲ ਕਰਦੇ ਹਾਂ ਟੀ ਸੈਲਸ ਦੀ ਵੀ ਟੀ ਸੈਲਸ ਹੁੰਦੇ ਕੀ ਨੇ। ਸੋ ਦੇ ਆਰ ਆਲਸੋ ਨੋਨ ਐਸ ਟੀ ਲਿੰਫੋਸਾਈਟਸ, ਠੀਕ ਹੈ, ਹੁਣੇ ਆਪਾਂ ਪੜਿਆ ਵਿਚ ਆਰ ਅ ਟਾਈਪ ਆਫ WBC, ਇਹ ਵੀ ਆਪਾਂ ਪੜਿਆ। ਸੋ ਉਹਨਾਂ ਦਾ ਕੰਮ ਕੀ ਆ, ਸੈਂਟਰਲ ਰੋਲ ਆ ਇਮਿਊਨ ਰਿਸਪੌਂਸ ਪ੍ਰੋਵਾਈਡ ਕਰਨ ਦੇ, ਠੀਕ ਹੈ, ਇਮਿਊਨਿਟੀ ਪ੍ਰੋਵਾਈਡ ਕਰਨ ਦੇ। ਸੋ ਇਹ ਕੀ ਕਰਦੇ ਨੇ, ਟੀ ਸੈਲਸ ਹੈਲਪ ਦ ਬੋਡੀ ਰੈਕੋਗਨਾਈਜ਼ ਐਂਡ ਰਿਸਪੌਂਡ ਟੂ ਫੋਰਨ ਸਬਸਟੈਂਸ ਸਚ ਐਸ ਵਾਇਰਸ, ਬੈਕਟੀਰੀਆ ਐਂਡ ਐਬਨੋਰਮਲ ਸੈਲਸ ਸਚ ਐਸ ਕੈਂਸਰ ਸੈਲਸ। ਸਾਡੀ ਬੋਡੀ ਤੇ ਬਾਹਰੋਂ ਕਿਸੇ ਵੀ ਕੀਟਾਣੂ ਨੇ ਹਮਲਾ ਕੀਤਾ ਤੇ ਟੀ ਸੈਲਸ ਨੇ ਐਕਟਿਵ ਹੋ ਜਾਣਾ, ਠੀਕ ਹੈ। ਤੇ ਦੇਖੋ ਕੋਈ ਆਇਆ ਜੇ ਬਾਹਰ, ਠੀਕ ਹੈ, ਜਿਵੇਂ ਆਪਾਂ ਘਰੇ ਕੋਈ ਖੜਕਾ ਹੁੰਦਾ ਆ, ਸਾਨੂੰ ਹਨਾ ਪਤਾ ਲੱਗ ਜਾਂਦਾ ਵੀ ਕੋਈ ਆਇਆ ਆ, ਹਨਾ ਕੋਈ ਐਬਨੋਰਮਲ ਐਕਟੀਵਿਟੀ ਹੋਈ ਆ, ਆਪਾਂ ਅਲਰਟ ਹੋ ਜਾਂਦੇ ਹਾਂ। ਇਸੇ ਤਰ੍ਹਾਂ ਟੀ ਸੈਲ ਜਦੋਂ ਬਾਹਰੋਂ ਕੋਈ ਚੀਜ਼ ਹਮਲਾ ਕਰਦੀ ਹੈ ਤੇ ਅਲਰਟ ਹੋ ਜਾਂਦੇ ਆ। ਸੋ ਦੋ ਤਰ੍ਹਾਂ ਦੇ ਟੀ ਸੈਲਸ ਹੁੰਦੇ ਨੇ, ਇੱਕ ਹੁੰਦੇ ਨੇ ਹੈਲਪਰ ਟੀ ਸੈਲਸ ਤੇ ਇੱਕ ਹੁੰਦੇ ਨੇ ਸਾਈਟੋਟੌਕਸਿਕ ਟੀ ਸੈਲਸ। ਜਿਹੜੇ ਹੈਲਪਰ ਟੀ ਸੈਲਸ ਹੁੰਦੇ ਨੇ ਨਾ, ਮੰਨ ਲਓ ਬਾਹਰੋਂ ਕੋਈ ਸੈੱਲ ਆਇਆ ਹਨਾ, ਜਿੱਦਾਂ ਬਾਹਰੋਂ ਕੋਈ ਚੋਰ ਆਇਆ ਤੇ ਟੀ ਸੈਲਸ ਜਿਹੜੇ ਇਹਨਾਂ ਨੇ ਪਤਾ ਕੀ ਕਰਨਾ, ਜਿਹੜੇ ਹੈਲਪਰ ਟੀ, ਜਿਹੜਾ ਮਤਲਬ ਮੇਨ ਸਾਈਟੋਟੌਕਸਿਕ ਟੀ ਸੈਲ ਹੈ ਨਾ, ਇਹਨੇ ਕਹਿਣਾ ਦੂਜੇ ਟੀ ਸੈਲ ਨੂੰ ਬੁਲਾਉਣਾ, ਆਜੋ ਆਜੋ ਚੋਰ ਆ ਗਿਆ, ਚੋਰ ਆ ਗਿਆ, ਠੀਕ ਆ। ਇਹਨੇ ਕੀ ਕਰਨਾ ਆ, ਇਹਨੇ ਹੈਲਪਰ ਸੈਲ ਆਲੇ ਦੁਆਲੇ ਉਹਦੇ ਇਕੱਠੇ ਕਰ ਲੂ, ਠੀਕ ਹੈ, ਝੁੰਡ ਜਿਹੜਾ ਕ੍ਰੀਏਟ ਕਰ ਲੈਣਾ ਤੇ ਉਹਨੂੰ ਚੋਰ ਨੂੰ ਮਾਰ ਕੇ ਭਜਾ ਦੇਣਾ। ਮੀਨਸ ਕਿ ਉਹ ਜਿਹੜਾ ਜਰਮ ਹੋਊਗਾ, ਜਿਹੜਾ ਪੈਥੋਜਨ ਹੋਏਗਾ, ਚਾਹੇ ਵਾਇਰਸ ਹੈ ਚਾਹੇ ਬੈਕਟੀਰੀਆ ਆ, ਇਹ ਟੀ ਸੈਲ ਨੇ ਮਤਲਬ ਸਾਈਟੋਟੌਕਸਿਕ ਸੈਲ ਨੇ ਹੈਲਪਰ ਸੈਲਸ ਦੀ ਮਦਦ ਦੇ ਨਾਲ ਉਹਦੇ ਤੇ ਅਟੈਕ ਕਰਕੇ ਤੇ ਉਹਨੂੰ ਭਜਾ ਦੇਣਾ ਸਾਡੀ ਬੋਡੀ ਤੋਂ, ਤੇ ਹੀ ਅਲਟੀਮੇਟਲੀ ਕੀ ਅਸੀਂ ਠੀਕ ਹੋ ਜਾਂਦੇ ਹਾਂ, ਠੀਕ ਹੈ। ਇਸੇ ਤਰ੍ਹਾਂ ਕਹਿੰਦੇ ਜਦੋਂ ਜ਼ੁਕਾਮ ਖਾਂਸੀ ਹੋਵੇ, ਠੀਕ ਹੈ, ਸਾਨੂੰ ਆਪਣੇ ਆਪ ਜਿਹੜਾ ਦਵਾਈਆਂ ਨਹੀਂ ਖਾਣੀਆਂ ਚਾਹੀਦੀਆਂ, ਸਾਨੂੰ ਆਪਣੀ ਬੋਡੀ ਦੀ ਇਮਿਊਨਿਟੀ ਨੂੰ ਗਰੋ ਕਰਦੇ ਰਹਿਣਾ ਚਾਹੀਦਾ ਹੈ, ਠੀਕ ਹੈ। ਜਿੰਨਾ ਜ਼ਿਆਦਾ ਹੀ ਮਤਲਬ ਆਪਣੇ ਜਿਹੜੇ ਸੈਲਸ ਨੇ ਨੈਚੁਰਲੀ ਸਾਡੀ ਇਨਫੈਕਸ਼ਨ ਦੇ ਅਗੇਂਸਟ ਲੜਨਗੇ, ਉਨੀ ਸਾਡੀ ਬੋਡੀ ਸਟਰੋਂਗ ਹੋਊਗੀ। ਸੋ ਹੈਲਪਰ ਟੀ ਸੈਲਸ ਕੀ ਕਰਦੇ ਨੇ, ਹੈਲਪ ਕਰਦੇ ਨੇ ਦੂਸਰੇ ਸੈਲਸ ਨੂੰ, ਵਾਈਲ ਸਾਈਟੋਟੌਕਸਿਕ ਕੀ ਕਰਦੇ ਨੇ ਤੇ ਮਾਰ ਦਿੰਦੇ ਨੇ, ਠੀਕ ਹੈ, ਇਸ ਸੈਲਸ ਨੂੰ ਕਿਲ ਕਰ ਦਿੰਦੇ ਨੇ, ਟਿਊਮਰਸ ਨੂੰ ਕਿਲ ਕਰ ਦਿੰਦੇ ਨੇ, ਠੀਕ ਹੈ। ਸੋ ਹੈਲਪਰਸ ਜਿਹੜੇ ਆ ਅਸਿਸਟ ਕਰਦੇ ਆ, ਘੇਰਾ ਪਾਉਂਦੇ ਇੱਕ ਤਰ੍ਹਾਂ ਦਾ, ਤੇ ਸਾਈਟੋਟੌਕਸਿਕ ਉਹਨਾਂ ਨੂੰ ਮਾਰ ਦਿੰਦੇ ਆ। ਸੋ ਇਹ ਨਿਊਜ਼ ਦੇ ਵਿੱਚ ਕਿਉਂ ਸੀਗਾ, ਰੀਸੈਂਟਲੀ IIT Bombay incubated company immuno-adopted cell therapy has received CDSO approval। ਸੋ ਇਹ ਬੇਸਿਕਲੀ ਜਿਹੜੀ IIT Bombay ਦੀ incubated company ਹੈ, ਉਹਨੇ ਇੱਕ ਥੈਰੇਪੀ ਜਿਹੜੀ ਡਿਵੈਲਪ ਕੀਤੀ ਹੈ, CAR-T ਥੈਰੇਪੀ ਦੇ ਨਾਲ ਰਿਲੇਟਡ ਹੀ ਥੈਰੇਪੀ ਹੈ, ਠੀਕ ਹੈ, ਜਿਹਨੇ ਕਿ ਇੱਕ ਮੀਨਸ ਕਿ ਪ੍ਰੋਡਕਟ ਤਿਆਰ ਕੀਤਾ NextCAR19, ਠੀਕ ਹੈ। ਸੋ ਇਹ ਬੇਸਿਕਲੀ CD19 ਟਾਰਗੇਟਡ ਕਾਰ ਆ, ਠੀਕ ਹੈ। ਕਾਰ ਦੀ ਉੱਤੇ ਫੁੱਲ ਫਾਰਮ ਹੈਗੀ ਕਾਈਮੈਰਿਕ ਐਂਟੀਜਨ ਰਿਸੈਪਟਰ। ਸਾਥ ਥੋੜਾ ਜਿਹਾ ਔਖਾ ਲੱਗੂਗਾ ਤੁਹਾਨੂੰ, ਬਟ ਮੈਂ ਤੁਹਾਨੂੰ ਬਹੁਤ ਹੀ ਈਜ਼ੀ ਲੈਂਗੁਏਜ ਸਮਝਾਉਂਗੀ, ਠੀਕ ਹੈ। ਸੋ CD19 ਬੇਸਿਕਲੀ B ਲਿੰਫੋਸਾਈਟ ਐਂਟੀਜਨ ਹੁੰਦਾ ਆ, ਠੀਕ ਹੈ, ਜਿਹੜਾ ਕਿ ਇਸ ਸੈੱਲ ਨੂੰ ਅਟੈਕ ਕਰਦਾ ਹੈ, ਰਾਈਟ। ਸੋ ਉਹਦੇ ਰਿਲੇਟਡ ਹੈ, ਔਰ ਇਹ ਪ੍ਰੋਡਕਟ ਦਾ ਨਾਮ ਹੈ ਜਿਹੜਾ ਇਹਨਾਂ ਨੇ ਤਿਆਰ ਕੀਤਾ ਆ। ਸੋ ਇਹ ਬੇਸਿਕਲੀ ਜਿਹੜੀ ਮਤਲਬ B ਸੈੱਲ ਲਿੰਫੋਸਾਈਟਸ ਲਿੰਫੋਮਾਸ ਐਂਡ ਲਿਪੀਮੀਆ ਉਹਨੂੰ ਟਾਰਗੇਟ ਕਰਦੀ ਹੈ ਜਿਹੜੀ ਥੈਰੇਪੀ ਹੈ, ਠੀਕ ਹੈ। ਸੋ ਇਹ ਦੋ ਤਰ੍ਹਾਂ ਦੀ ਕੈਂਸਰ ਕਹਿ ਲਓ, ਆਪਾਂ ਇਹਨੂੰ ਕਹਿ ਸਕਦੇ ਹਾਂ, ਇੱਕ ਤੇ ਲਿਊਕੀਮੀਆ ਜਿਹਨੂੰ ਆਪਾਂ ਬਲੱਡ ਕੈਂਸਰ ਕਹਿ ਦਿੰਦੇ ਹਾਂ, ਠੀਕ ਹੈ, ਲਿਊਕੀਮੀਆ ਜਿਹਨੂੰ ਆਪਾਂ ਬਲੱਡ ਕੈਂਸਰ ਕਹਿ ਦਿੰਦੇ ਹਾਂ, ਔਰ ਦੂਜਾ ਹੁੰਦਾ ਲਿੰਫੋਮਾਸ ਜਿਹੜਾ ਮਤਲਬ ਇਹ ਲਿੰਫੈਟਿਕ ਸਿਸਟਮ ਨੂੰ ਅਟੈਕ ਕਰਦਾ। ਲਿੰਫੈਟਿਕ ਸਿਸਟਮ ਇਜ਼ ਆਲਸੋ ਪਾਰਟ ਆਫ ਆਵਰ ਇਮਿਊਨਿਟੀ ਸਿਸਟਮ, ਠੀਕ ਹੈ, ਜਿਹਦੇ ਵਿੱਚ ਸਾਡੀ ਬੋਡੀ ਦੇ ਜਿਹੜੇ ਫਲੂਇਡ ਆ ਉਹ ਰੈਗੂਲੇਟ, ਉਹਨਾਂ ਨੂੰ ਬੈਲੈਂਸ ਕਰਨ ਦਾ ਜਿਹੜਾ ਕੰਮ ਹੈ ਲਿੰਫੈਟਿਕ ਸਿਸਟਮ ਦਾ ਹੁੰਦਾ ਹੈ, ਠੀਕ ਹੈ, ਤਾਂ ਕਿ ਸਾਨੂੰ ਇਨਫੈਕਸ਼ਨਸ ਤੋਂ ਜਿਹੜਾ ਬਚਾਇਆ ਜਾ ਸਕੇ, ਰਾਈਟ। ਸੋ ਇਹ ਕੰਮ ਹੈ। ਹੁਣ ਹੁੰਦਾ ਕੀ ਹੈ ਕਿ ਜਿਵੇਂ ਟੀ ਸੈਲਸ ਹੈ, ਨਾਰਮਲ ਟੀ ਸੈਲ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਵਾਂ। ਸੋ ਇਹ ਥੋੜਾ ਜਿਹਾ ਪਹਿਲਾਂ ਆਪਾਂ ਪੜ੍ਹ ਲੈਂਦੇ ਹਾਂ ਕਿ CAR-T ਸੈਲ ਥੈਰੇਪੀ ਜਿਹੜੀ ਹੈ ਲਿਊਕੀਮੀਆ ਵਾਸਤੇ, ਮਤਲਬ ਕੈਂਸਰ ਅਰਾਈਜ਼ਿੰਗ ਫਰਮ ਸੈਲਸ ਦੈਟ ਪ੍ਰੋਡਿਊਸ WBC ਐਂਡ ਲਿੰਫੋਮਾਸ ਅਰਾਈਜ਼ਿੰਗ ਫਰਮ ਲਿੰਫੈਟਿਕ ਸਿਸਟਮ, ਇਹਦੇ ਵਾਸਤੇ ਹੈ, ਠੀਕ ਹੈ। ਸੋ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਕਿ ਜਿਵੇਂ ਮੰਨ ਲਓ ਨਾਰਮਲ ਟੀ ਸੈਲ ਹੈ ਨਾ, ਉਹਦਾ ਕੰਮ ਕੀ ਹੈ ਕਿ ਉਹਦੇ ਆਲੇ ਦੁਆਲੇ ਕੁਛ ਮਤਲਬ ਐਂਟੀਜਨਸ ਆਏ, ਠੀਕ ਹੈ, ਇਹਨੇ ਉਹਨੂੰ ਪਹਿਚਾਣ ਕਰ ਲਈ ਉਹਦੀ ਕਿ ਇਹ ਜਿਹੜਾ ਫੋਰਨ ਏਜੰਟ ਹੈ, ਬਾਹਰ ਦਾ ਬੰਦਾ ਆ, ਠੀਕ ਹੈ। ਫਿਰ ਉਹਨੇ ਕੀ ਕੀਤਾ, ਉਹਨੇ ਹੈਲਪਰ ਸੈਲਸ ਟੀ ਸੈਲਸ ਨੂੰ ਆਪਣੇ ਆਲੇ ਦੁਆਲੇ ਇਕੱਠਾ ਕੀਤਾ ਤੇ ਇਹਨਾਂ ਨੂੰ ਜਿਹੜਾ ਸੀਗਾ ਕਿਲ ਕਰ ਦਿੱਤਾ, ਮਾਰ ਦਿੱਤਾ। ਬਟ ਹੁਣ ਹੁੰਦਾ ਕਿ ਜਿਹੜੇ ਕੈਂਸਰ ਸੈਲਸ ਹੁੰਦੇ ਨਾ, ਬੜੇ ਸ਼ੈਤਾਨ ਹੁੰਦੇ ਆ, ਉਹ ਭੇਸ ਬਦਲ ਕੇ ਆ ਜਾਂਦੇ ਆ, ਉਹ ਇਦਾਂ ਪ੍ਰੀਟੈਂਡ ਕਰਦੇ ਆ ਕਿ ਅਸੀਂ ਤੇ ਬਹੁਤ ਸਵਸਥ ਸੈੱਲ ਆ, ਬੜੇ ਹੈਲਦੀ ਸੈੱਲ ਆ, ਠੀਕ ਹੈ। ਤੇ ਲਿੰਫੋਸ ਜਿਹੜੇ ਟੀ ਹੁੰਦੇ ਨੇ, ਟੀ ਸੈਲਸ, ਇਹਨਾਂ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਸ਼ਾਇਦ ਇਹ ਸਾਡੇ ਵਰਗੇ ਨਾਰਮਲ ਹੈ, ਉਹ ਏਡੇ ਚਲਾਕ ਸੈਲਸ ਹੁੰਦੇ ਨੇ ਜਿਹੜੇ ਕੈਂਸਰ ਸੈਲਸ ਹੁੰਦੇ ਨੇ, ਠੀਕ ਹੈ। ਪਰ ਇੱਕ ਤੇ ਇਹ ਚੀਜ਼ ਹੋ ਜਾਂਦੀ ਹੈ, ਤੇ ਦੂਸਰਾ ਜਿਹੜੇ ਕੈਂਸਰ ਸੈਲਸ ਹੁੰਦੇ ਨੇ ਨਾ, ਉਹ ਆਪਣੇ ਆਲੇ ਦੁਆਲੇ ਇੰਨੇ ਕੁ ਜ਼ਿਆਦਾ ਐਂਟੀਜਨ ਗਰੋ ਕਰ ਲੈਂਦੇ ਨੇ ਕਿ ਜਿਹੜੇ ਟੀ ਸੈਲਸ ਨੇ ਉਹਨਾਂ ਨਾਲ ਫਾਈਟ ਕਰਨ ਲਈ ਘੱਟ ਪੈ ਜਾਂਦੇ ਆ, ਠੀਕ ਹੈ। ਸੋ ਇਹ ਦੋ ਕਾਰਨ ਹੁੰਦੇ ਆ ਜਿਹਦੇ ਕਰਕੇ ਜਦੋਂ ਕੈਂਸਰ ਹੋ ਜਾਂਦੀ ਹੈ ਬੰਦੇ ਨੂੰ, ਤੇ ਕੈਂਸਰ ਸੈਲਸ ਬਹੁਤ ਜਲਦੀ ਗਰੋ ਕਰਦੇ ਆ ਤੇ ਬੰਦਾ ਬਹੁਤ ਜਲਦੀ ਵੀਕ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਇਹਦੀ ਟੀ ਸੈਲਸ ਦੀ ਜਿਹੜੀ ਲੜਨ ਦੀ ਕੈਪੈਸਿਟੀ ਆ ਬਹੁਤ ਘੱਟ ਜਾਂਦੀ ਆ, ਠੀਕ ਹੈ। ਸੋ ਹੋਏਗਾ ਕਿ ਇਸ ਕੇਸ ਦੇ ਵਿੱਚ CAR-T ਸੈਲ ਥੈਰੇਪੀ 'ਚ ਹੋਣਾ ਕੀ ਹੈ
कि बंदे का जिहड़ा ब्लड है ना उन्होंने लिया जाऊगा, ब्लड का सैंपल लिया जाऊगा या ब्लड जिहड़ा सॉरी सैंपल नहीं ब्लड लिया जाएगा, ਉਹਦੇ ਵਿੱਚੋਂ ਜਿਹੜੇ ਉਹਦੇ टी सैल्स ने ना उन्होंने ਕੱਢ लिया जाएगा किसी तरीके किसी मशीन के जरिए और वो टी सैल्स ਨੂੰ लैब ਦੇ ਵਿੱਚ ਜਿਹੜਾ ਆ लैब ਦੇ ਵਿੱਚ ਪਹਿਲਾਂ कलैक्ट टी सैल्स पहला ਜਿਹੜਾ स्टैप है टी सैल्स ਨੂੰ कलैक्ट करना फिर उन्होंने लैब ਦੇ ਵਿੱਚ ਲੈ ਗਏ ठीक है और लैब ਦੇ ਵਿੱਚ ਉਹਦੀ ਇੰਜੀਨੀਅਰਿੰਗ ਕੀਤੀ ਜਿਹਨੂੰ ਆਪਾਂ ਅੱਜ ਦੀ ਡੇਟ ਦੇ ਵਿੱਚ ਬਾਇਓਟੈਕਨੋਲੋਜੀ ਕਹਿ ਦਿੰਦੇ ਆ ठीक है लैब ਦੇ ਵਿੱਚ ਉਹਨਾਂ टी सैल्स ਨੂੰ ਜਿਹੜਾ ਕਲਚਰ ਕੀਤਾ ਉਹਨਾਂ ਦਾ और ਉਹ ਕਲਚਰ ਕਿਵੇਂ ਕੀਤਾ ਕਿ ਜਿਹੜੀ ਸਪੈਸ਼ਲਾਈਜ਼ਡ ਇੱਕ ਜੀਨ ਉਹਦੇ ਲਈ ਸਾਨੂੰ ਚਾਹੀਦੀ ਹੈ ठीक है ਜਿਹੜੀ ਕਾਈਮੈਰਿਕ ਐਂਟੀਜਨ ਰਿਸੈਪਟਰ ਆ ठीक है सो ਇਹਦੇ ਨਾਲ ਆਪਾਂ ਇੱਕ ਜੀਨ ਜਿਹੜੀ ਸਪੈਸ਼ਲ ਰਿਸੈਪਟਰ ਆਪਾਂ ਇੱਕ ਅਟੈਚ ਕਰਤਾ ਜਿਹੜਾ ਕਿ ਜਦੋਂ ਕੈਂਸਰ ਸੈਲਸ ਆਉਣਗੇ ਨਾ ਸਾਹਮਣੇ ਟੀ ਸੈਲਸ ਦੇ ਤੇ ਉਹ ਆਇਡੈਂਟੀਫਾਈ ਕਰ ਲੂਗਾ ਜਿੱਦਾਂ ਨਾਰਮਲ ਟੀ ਸੈਲ ਦਾ ਸਟਰਕਚਰ ਆ ਹੁੰਦਾ ਆ ਜਦੋਂ ਇਹਦੀ ਜਿਹੜੀ ਜੈਨੇਟਿਕ ਇੰਜੀਨੀਅਰਿੰਗ ਹੋਗੀ ਠੀਕ ਹੈ ਸੋ ਉਹਦੇ ਤੇ ਆਪਾਂ ਕਾਰ ਟੀ ਸੈਲ ਥੈਰੇਪੀ ਅਪਲਾਈ ਕਰ ਦਿੱਤੀ ਮਤਲਬ ਕਿ ਉਹ ਜਿਹੜਾ ਸਪੈਸ਼ਲ ਰਿਸੈਪਟਰ ਆ ਉਹ ਲਗਾਤਾ ਤੇ ਚਿਪਕਾਤਾ ਸੌਖੀ ਭਾਸ਼ਾ ਦੇ ਵਿੱਚ ਤੇ ਇਹਦਾ ਕੁਝ ਸਟਰਕਚਰ ਇਦਾਂ ਦਾ ਹੋ ਜਾਂਦਾ ਹੈ ਠੀਕ ਹੈ ਇੱਕ ਕਲਾ ਲਾਈਕ ਸਟਰਕਚਰ ਜਿਹੜੇ ਇਹਦੇ ਤੇ ਸੈਲਸ ਦੇ ਉੱਤੇ ਬਣ ਜਾਂਦੇ ਆ ਜਿਹੜੇ ਕਿ ਬਾਅਦ ਵਿੱਚ ਜਿਹੜੀ ਕੈਂਸਰ ਸੈਲਸ ਦੇ ਉੱਤੇ ਪ੍ਰੋਟੀਨਸ ਹੁੰਦੀ ਹੈ ਉਹਨਾਂ ਨਾਲ ਅਟੈਚ ਕਰਕੇ ਤੇ ਹੌਲੀ ਹੌਲੀ ਉਹਨਾਂ ਨੂੰ ਜਿਹੜਾ ਆ ਕੈਂਸਰ ਸੈਲਸ ਨੂੰ ਮਾਰ ਦਿੰਦੀ ਆ ਇੱਕ ਸੈੱਲ ਨੂੰ ਮਾਰੇਗੀ ਫਿਰ ਅਗਲੇ ਵੱਲ ਤੁਰੇਗੀ ਫਿਰ ਅਗਲੇ ਵੱਲ ਇਸਦਾ ਠੀਕ ਹੈ ਸੋ ਇਹਦੇ ਸਾਈਡ ਇਫੈਕਟਸ ਵੀ ਹੈਗੇ ਆ ਬਟ ਫॉर ਦਾ ਟਾਈਮ ਬਿੰਗ ਇੱਕ ਇਫੈਕਟਿਵ ਇਹਨਾਂ ਨੇ ਇੱਕ ਰੈਜ਼ੋਲੂਸ਼ਨ ਕਹਿ ਲਓ ਕੱਢਿਆ ਆ ਜਿਹੜਾ ਕਿ ਕੈਂਸਰ ਨੂੰ ट्रीट करने वास्ते ठीक है सो CAR T cell therapies are major breakthrough in cancer treatment unlike chemotherapy or immunotherapy which involve ਇਹਦੇ ਵਿੱਚ chemotherapy ਜਾਂ immunotherapy ਦੇ ਵਿੱਚ mainly drugs ਦਾ intake ਹੁੰਦਾ ਆ ਠੀਕ ਹੈ ਸੋ CAR T cell therapy ਦੇ ਪੇਸ਼ੈਂਟ ਦੇ ਆਪਣੇ ਸੈਲਸ ਜਿਹੜੇ ਆ ਲਏ ਜਾਂਦੇ ਆ ਸਭ ਤੋਂ ਵੱਡੀ ਗੱਲ ਜਿਹੜੇ ਪੇਸ਼ੈਂਟ ਦੇ ਆਪਣੇ ਬਲੱਡ ਦੇ ਵਿੱਚੋਂ ਕੱਢ ਕੇ ਟੀ ਸੈਲਸ ਨੂੰ ਸੈਪਰੇਟ ਕੀਤਾ ਜਾਂਦਾ ਔਰ ਟੀ ਸੈਲਸ ਨੂੰ ਕਲਚਰ ਕੀਤਾ ਜਾਂਦਾ ਹੈ ਉਹਨਾਂ ਦੇ ਉੱਤੇ ਜਿਹੜਾ ਆ ਉਹ ਸਪੈਸ਼ਲ ਜਿਹੜਾ ਰਿਸੈਪਟਰ ਆ ਲਗਾਇਆ ਜਾਂਦਾ ਆ ਕਾਈਮੈਰਿਕ ਐਂਟੀਜਨ ਰਿਸੈਪਟਰ ਜਿਹਨੂੰ CAR ਆਪਾਂ ਬੋਲਦੇ ਆ ਜਿਹਦੇ ਵਿੱਚ ਕੀ ਕੈਂਸਰ ਸੈਲਸ ਦੇ ਨਾਲ ਜਿਹੜੀਆਂ ਪ੍ਰੋਟੀਨਸ ਹੁੰਦੀਆਂ ਉਹਨਾਂ ਨੂੰ ਬਾਈਂਡ ਕਰਨ ਦੀ ਸ਼ਕਤੀ ਹੁੰਦੀ ਹੈ ਇਹਦੇ ਵਿੱਚ ਜਿਨ੍ਹਾਂ ਦੇ ਨਾਲ ਬਾਈਂਡ ਹੋ ਕੇ ਉਹ ਸੈੱਲ ਨੂੰ ਖਤਮ ਕਰ ਦਿੰਦੇ ਨੇ ਸੋ ਦੇ ਆਰ ਮੋਡੀਫਾਈਡ ਇਨ ਲੈਬੋਰੇਟਰੀ ਟੂ ਐਕਟੀਵੇਟ ਟੀ ਸੈਲਸ ਐਂਡ ਟਾਰਗੇਟ ਟਿਊਮਰ ਸੈਲਸ ਸੋ ਆ ਪੂਰਾ ਪ੍ਰੋਸੈਸ ਆ ਦੇਖੋ ਬੰਦੇ ਦੇ ਜਿਹੜੇ ਆ ਬਲੱਡ ਲਿਆ ਠੀਕ ਹੈ ਅਨਨੋਰਮਲ ਟੀ ਸੈਲ ਆਪਾਂ ਦੇਖ ਰਹੇ ਆ ਫਿਰ ਉਸ ਤੋਂ ਬਾਅਦ ਕਾਰ ਟੀ ਇਸੇ ਟੀ ਸੈਲ ਤੋਂ ਕਾਰ ਟੀ ਸੈਲ ਜਿਹੜਾ ਆ ਲੈਬ ਦੇ ਵਿੱਚ ਬਣਾਇਆ ਗਿਆ ਇਨਸਰਟ ਜੀਨ ਫॉर ਕਾਈਮੈਰਿਕ ਐਂਟੀਜਨ ਰਿਸੈਪਟਰ ਜਿਹੜਾ ਕਿ ਕੀ ਕਰੂਗਾ ਕੈਂਸਰ ਸੈਲ ਤੋਂ ਪ੍ਰੋਟੀਨ ਨੂੰ ਬਾਈਂਡ ਕਰਕੇ ਕੈਂਸਰ ਸੈਲ ਨੂੰ ਖਤਮ ਕਰ ਦੂਗਾ ਰਾਈਟ ਸੋ ਜਦੋਂ ਇਹਦੇ ਵਿੱਚ ਇਹ ਜਿਹੜੀ ਜੀਨ ਇਨਸਰਟ ਹੋ ਗਈ ਸੋ ਆ ਕਾਈਮੈਰਿਕ ਐਂਟੀਜਨ ਰਿਸੈਪਟਰ ਇਹਨੂੰ ਲੱਗ ਗਏ ਠੀਕ ਹੈ ਸਪੈਸ਼ਲਾਈਜ਼ਡ ਰਿਸੈਪਟਰ ਕਹ ਲਓ ਇਹਨੂੰ ਇਹ ਲੱਗ ਗਏ ਠੀਕ ਹੈ ਫਿਰ ਇਦਾਂ ਦੇ ਮਿਲੀਅਨਸ ਜਿਹੜੇ ਆ ਉਹ ਆਪਾਂ ਕਾਰ ਟੀ ਸੈਲਸ ਦਾ ਉਹਨਾਂ ਦਾ ਕਲਚਰ ਕਰ ਲਿਆ ਲੈਬ ਦੇ ਵਿੱਚ ਉਸ ਤੋਂ ਬਾਅਦ ਇਹ ਜਿਹੜੇ ਕਾਰ ਟੀ ਸੈਲਸ ਨੇ ਇਹ ਵਾਪਸ ਉਸ ਬੰਦੇ ਦੇ ਬਾਡੀ ਦੇ ਵਿੱਚ ਟ੍ਰਾਂਸਫਰ ਕਰ ਦਿੱਤੇ ਠੀਕ ਹੈ ਸੋ ਕਾਰ ਟੀ ਸੈਲ ਬਾਈਂਡ ਟੂ ਕੈਂਸਰ ਸੈਲਸ ਬਾਈਂਡ ਹੋ ਕੇ ਉਹ ਕੀ ਕਰ ਦਿੰਦਾ ਉਹਨੂੰ ਖਤਮ ਕਰ ਦਿੰਦਾ ਹੈ ਠੀਕ ਹੈ ਆ ਕੈਂਸਰ ਸੈਲ ਨੂੰ ਘੇਰਾ ਪਾ ਲੈਣਾ ਇਹਨਾਂ ਨੇ ਹੁਣ ਰਲ ਕੇ ਇਹ ਸਟਰੋਂਗ ਹੋ ਗਿਆ ਹੈ ਬੋਨਵਿਟਾ ਵੀ ਗਿਆ ਹੈ ਹੁਣ ਠੀਕ ਹੈ ਸੋ ਇਹਨਾਂ ਨੇ ਇਹਨੂੰ ਖਤਮ ਕਰਤਾ So T cells are taken from patient's blood and then the gene for special receptor that binds to a certain protein on the patient's cancer cell is added to the T cells in the laboratory. So special receptor ਨੂੰ ਆਪਾਂ ਕੀ ਕਹਿ ਰਹੇ ਹਾਂ ਇੱਥੇ chimeric antigen receptor or CAR. Large numbers of CAR cells are grown in laboratory and given to the patients by infusion, right? So ਹੁਣ ਆਪਾਂ ਚੱਲਦੇ ਹਾਂ question 1. So first question ਕੀ ਹੈਗਾ which one of the following statement best describes the role of B cells and T cells in human body so ਇਹ UPSC ਦੇ 2022 ਦੇ ਵਿੱਚ recently question ਆਇਆ ਆ ਸੋ ਇਸ ਕਰਕੇ ਮੈਨੂੰ include ਕੀਤਾ ਹੈ ਸੋ ਇਹਦੀ ਆਪਸ਼ਨ ਕੀ ਆਏਗੀ ਸੋ ਇਹ ਆਪਸ਼ਨ ਹੈਗੀ they protect the environmental agents they alleviate the body's pain and inflammation they act as immunosuppressants in the body D option is they protect the body from diseases caused by pathogens so ਆਪਾਂ ਪੂਰੀ ਹਿਸਟਰੀ ਪੜ੍ਹ ਲਈ ਇਹਦੀ ਹੁਣ ਠੀਕ ਹੈ ਸੋ ਇਸ ਲਈ ਸਾਨੂੰ ਬਹੁਤ ਈਜ਼ੀ ਲੱਗਾ Next question ਕੀ ਹੈ consider the following statements with respect to CAR T cell therapy so first statement ਹੈਗੀ ਆ it is a way to get immune cells called T cells a type of red blood cells so ਇੱਥੇ ਇਹ question ਦੀ statement ਗਲਤ ਹੋ ਗਈ ਕਿਉਂਕਿ ਆਪਾਂ ਪੂਰੀ ਹਿਸਟਰੀ ਦੀ ਪੜ੍ਹ ਲਈ ਸਾਨੂੰ ਇਹਨਾਂ ਤੇ ਪਤਾ ਲੱਗ ਹੀ ਗਿਆ ਹੈ ਕਿ T cell ਜਿਹੜਾ ਆ ਉਹ ਸਬ ਸੈੱਲ ਆ WBC ਦਾ ਠੀਕ ਹੈ ਜਿਹੜੇ ਕਿ ਆਪਾਂ ਲਿੰਫੋਸਾਈਟਸ ਕਹਿ ਦਿੰਦੇ ਆ to fight cancer by changing them in the lab so ਬਾਕੀ statement ਸਹੀ ਸੀ ਬਸ ਇੱਥੇ ਉਹਨੇ ਕੀ ਕਰ ਦਿੱਤਾ ਨੇ red ਲਿਖ ਦਿੱਤਾ white ਦੀ ਜਗ੍ਹਾ ਤੇ next ਹੈਗਾ CARs are proteins that assist the T cells to recognize and attach to a specific protein present on the
ਕੈਂਸਰ ਸੈਲਸ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕੈਂਸਰ ਸੈਲਸ ਬੜੇ ਸ਼ਰਾਰਤੀ ਹੁੰਦੇ ਆ, ਭੇਸ ਬਦਲ ਕੇ ਆ ਜਾਂਦੇ ਆ, ਟੀ ਸੈਲਸ ਕੋ ਪਛਾਣੇ ਨਹੀਂ ਜਾਂਦੇ। ਪਰ ਇਸ ਥੈਰੇਪੀ ਦੇ ਨਾਲ ਕੀ ਹੈ, ਉਹ ਜਿਹੜੇ ਮਤਲਬ ਕਾਈਮੈਰਿਕ ਐਂਟੀਜਨ ਰਿਸੈਪਟਰਸ ਨੇ ਉਹਨਾਂ ਦੇ ਨਾਲ ਕੁਝ ਪ੍ਰੋਟੀਨਸ ਉਹਨਾਂ ਕੋਲ ਇਹੋ ਜਿਹੀਆਂ ਨੇ ਕਿ ਉਹ ਕੈਂਸਰ ਸੈਲਸ ਨੂੰ ਆਇਡੈਂਟੀਫਾਈ ਕਰ ਲੈਂਦੀਆਂ ਨੇ, ਖਤਮ ਕਰ ਦਿੰਦੀਆਂ। ਠੀਕ ਹੈ, ਇੱਕ ਬਿਲਕੁਲ ਠੀਕ ਹੈ। ਨੈਕਸਟ ਹੈਗਾ ਆ all lymphocytes begin their development in the bone marrow। ਸੋ ਇਹ ਵੀ ਬਿਲਕੁਲ ਠੀਕ ਹੈ। ਲਿੰਫੋਸਾਈਟਸ ਆਪਾਂ ਦੋ ਤਰੀਕੇ ਦੇ ਪੜ੍ਹੇ ਆ, B ਤੇ T ਸੈਲਸ। ਸੋ ਦੋਨੋਂ ਹੀ ਜਿਹੜੇ B ਲਿੰਫੋਸਾਈਟਸ ਤੇ T ਲਿੰਫੋਸਾਈਟਸ ਦੋਨੋਂ ਹੀ ਬੋਨ ਮੈਰੋ ਦੇ ਵਿੱਚ ਹੀ ਉਹਨਾਂ ਦੀ ਡਿਵੈਲਪਮੈਂਟ ਜਿਹੜੀ ਹੈ ਬਿਗਿਨ ਹੁੰਦੀ ਆ। ਲੇਕਿਨ B ਸੈਲਸ ਦੀ ਅਗਰ ਆਪਾਂ ਗੱਲ ਕਰੀਏ ਤੇ B ਸੈਲਸ ਦੀ ਜਿਹੜੀ ਮੈਚੁਰ ਆ ਇਹ ਵੀ ਬੋਨ ਮੈਰੋ ਦੇ ਵਿੱਚ ਹੀ ਹੋ ਜਾਂਦੇ, ਲੇਕਿਨ T ਸੈਲਸ ਜਿਹੜੇ ਨੇ ਥਾਈਮਸ ਦੇ ਵਿੱਚ ਜਾ ਕੇ ਮੈਚੁਰ ਹੁੰਦੇ। ਠੀਕ ਹੈ, ਸੋ T cells originate in bone marrow ਬਿਲਕੁਲ ਠੀਕ ਹੈ ਐਂਡ mature in thymus। ਸੋ ਇਹ ਵੀ ਬਿਲਕੁਲ ਠੀਕ ਹੈ। ਲੇਕਿਨ ਅਗਰ ਇੱਥੇ B cell ਹੁੰਦਾ ਤੇ ਉਹ mature ਵੀ bone marrow ਚ ਹੁੰਦਾ ਹੈ। ਠੀਕ ਹੈ, grow ਵੀ ਤੇ origin ਵੀ ਤੇ mature ਵੀ। ਸੋ ਇਹਦੇ ਵਿੱਚ ਫਸਟ ਸਟੇਟਮੈਂਟ ਗਲਤ ਹੈ, ਬਾਕੀ ਤਿੰਨੇ ਸਹੀ ਹੈ। ਸੋ ਦਾ ਆਨਸਰ ਇਜ਼ D 2, 3 and 4। That was all for today. Thank you very much.